सूबे ਦੀਆਂ ਸਿਆਸੀ ਖਬਰਾਂ ਦੇ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਨਗਰ ਨਿਗਮ ਦੇ ਚੋਣ ਨਤੀਜਿਆਂ ਤੋਂ। ਚੰਡੀਗੜ੍ਹ ਨਗਰ ਨਿਗਮ ਦੇ ਅੱਜ ਚੋਣ ਨਤੀਜੇ ਆਏ ਨੇ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੈਰਾਨੀਜਨਕ 14 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਬੀਜੇਪੀ ਨੂੰ ਵੀ 12 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਨੂੰ ਇਸ ਵਾਰ 8 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ 1 ਸੀਟ ਤੇ ਜਿੱਤ ਪ੍ਰਾਪਤ ਹੋਈ ਹੈ। ਜੇਤੂ ਉਮੀਦਵਾਰਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ ਹੈ। ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਜਸ਼ਨ ਮਨਾਏ ਨੇ ਤੇ ਇੱਕ ਦੂਜੇ ਨੂੰ ਲੱਡੂ ਵੰਡ ਕੇ ਮੂੰਹ ਵੀ ਮਿੱਠਾ ਕਰਵਾਇਆ ਹੈ। ਤੇ ਉਧਰ ਕਾਂਗਰਸ ਦੇ ਸਮਰਥਕਾਂ ਦੇ ਵਿੱਚ ਵੀ ਜੇਤੂ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਦੀ ਲਹਿਰ ਹੈ। ਇਸ ਤੋਂ ਬਾਅਦ ਕਾਂਗਰਸ ਦੇ ਸਮਰਥਕਾਂ ਵੱਲੋਂ ਰੈਲੀ ਕੱਢ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਹੈ। ਇਸ ਦੇ ਨਾਲ ਹੀ ਸਮਰਥਕਾਂ ਵੱਲੋਂ ਢੋਲ ਦੀ ਥਾਪ ਤੇ ਭੰਗੜੇ ਵੀ पाए गए ने। बहुत अच्छा लग रहा है। मैं वार्डवासियों की बहुत आभारी हूँ। ये जीत मेरे वार्डवासियों की जीत है, और क्योंकि पूरी हरियाणा सरकार हराने में लगी हुई थी, तो ये खट्टर की हार है, हरियाणा सरकार की हार है और मेरे वार्डवासियों की जीत है, उनके प्यार की जीत है, उनके आशीर्वाद की जीत है। मैं उनकी बहुत बहुत आभारी हूँ और उनका बहुत बहुत धन्यवाद करना चाहती हूँ। मैं वार्डवासियों का धन्यवाद करना चाहती हूँ। मेरा परिवार है, उन्होंने इतना प्यार मुझे दिया। मैं उन सबको जीत की बधाई देती हूँ। ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ 14 ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਆਗੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਚੋਣ ਨਤੀਜਿਆਂ ਦੇ ਵੇਲੇ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਰਾਘਵ ਚੱਡਾ ਵੀ ਚੰਡੀਗੜ੍ਹ ਵਿਖੇ ਮੌਜੂਦ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਡਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਦੀ ਜਿੱਤ ਹੋਈ ਹੈ। ਉਹਨਾਂ ਨੇ ਲੋਕਾਂ ਤੋਂ ਅਰਵਿੰਦ ਕੇਜਰੀਵਾਲ ਲਈ ਇੱਕ ਮੌਕਾ ਮਿਲਿਆ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਇਹ ਮੌਕਾ ਦੇ ਦਿੱਤਾ ਹੈ। ਇਸ ਮੌਕੇ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਣਗੇ ਤੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ है। मनीष सिसोदिया भी इस मौके प्रेस कॉन्फ्रेंस ਦੇ ਵਿੱਚ मौजूद रहे। सीधी बात यह है कि ये जीत जो है ये केजरीवाल मॉडल ऑफ गवर्नेंस की जीत है। आज लोगों ने अरविंद केजरीवाल जी के नाम पर मोहर लगाते हुए चंडीगढ़ के लोगों ने रिवायती पार्टियों बीजेपी और कांग्रेस से परेशान होकर एक साफ सुथरी ईमानदार पार्टी को वोट दिया है। जो काम केजरीवाल सरकार ने दिल्ली में करके दिखाया है, वही काम चंडीगढ़ के लोग आजमाना चाहते हैं वो अपने शहर में भी देखना। तो ये केजरीवाल मॉडल ऑफ गवर्नेंस की जीत हुई है और मैं साफ तौर पे ये कह सकता हूँ कि ये तो सिर्फ झांकी है, पंजाब अभी बाकी है। जो मूड चंडीगढ़ के लोगों का है वही मूड पंजाब का है। ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ, ਲੋਕ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ। ਚੰਡੀਗੜ੍ਹੀਆਂ ਨੇ, ਸੂਝਵਾਨ ਲੋਕਾਂ ਨੇ ਇਹ ਦਿਖਾਤਾ। ਮੈਂ ਚੰਡੀਗੜ੍ਹ ਦੇ ਕੱਲੇ ਵੋਟਰ ਦਾ ਜਿਹੜਾ ਜਦੋਂ ਘਰੋਂ ਚੱਲਿਆ ਬੂਥ ਤੇ ਪਹੁੰਚਿਆ ਵੋਟ ਪਾਉਣ, ਉਹ ਕੱਲਾ ਕਦਮ ਸਾਡੇ ਸਿਰ ਮੱਥੇ। ਔਰ ਜਿੰਨਾ ਵੀ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਬਣਾਉਣ ਲਈ ਦੁਬਾਰਾ ਸਿਟੀ ਬਿਊਟੀਫੁਲ ਦਾ ਦਰਜਾ ਜਿਹੜਾ ਉਹ ਵਾਪਸ ਚੰਡੀਗੜ੍ਹ ਦੇ ਸਿਰ ਤੇ ਇਹ ਤਾਜ ਟਿਕਾਉਣ ਲਈ ਜਿੰਨੀ ਵੀ ਐਫਰਟ ਹੋ ਸਕੇ ਅਸੀਂ ਕਰਾਂਗੇ। ਇਮਾਨਦਾਰ ਲੋਕਾਂ ਨੂੰ ਜਿਤਾਇਆ, ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਤੇ ਨਾਲ ਹੀ ਚੰਡੀਗੜ੍ਹ ਦੇ ਪੰਜਾਬ ਹੈ ਤੇ ਪੰਜਾਬ ਦੇ ਲੋਕ ਤਾਂ ਪਹਿਲੀ ਮਨ ਬਣਾਈ ਬੈਠੇ ਨੇ ਤੇ ਚੰਡੀਗੜ੍ਹ ਦੀ ਇਸ ਜਿੱਤ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਹੌਸਲਾ ਹੋਊ ਕਿ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਦਰਖਤ ਹੈ ਉਹਦੇ ਤੇ ਹਰੇ ਰੰਗ ਦੇ ਪੱਤਿਆਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ। ਸੋ ਮੈਂ ਇਸ ਫਤਵੇ ਲਈ ਮੈਂ ਚੰਡੀਗੜ੍ਹ ਦੇ ਸਾਰੇ ਵੋਟਰਾਂ ਦਾ, ਸਾਡੇ ਵਰਕਰਾਂ ਦਾ, ਵਲੰਟੀਅਰਾਂ ਦਾ, ਜਿਨ੍ਹਾਂ ਨੇ ਦਰੀਆਂ ਵਿਛਾਈਆਂ, ਪੋਸਟਰ ਲਾਏ, ਸੋਸ਼ਲ ਮੀਡੀਆ ਟੀਮਾਂ ਦਾ ਔਰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਵੀ ਕੰਮ ਕੀਤਾ, ਸਾਰਿਆਂ ਦਾ ਜਿਹੜਾ, ਕਿਉਂਕਿ ਇਹ ਟੀਮ ਵਰਕ ਹੈ। ਟੀਮ ਆਮ ਤੌਰ ਤੇ ਟੀਮ 15 ਪਲੇਅਰਾਂ ਦੀ ਹੁੰਦੀ ਹੈ, ਖੇਡ ਦੇ 11 ਹੁੰਦੇ ਨੇ। ਕਈ ਵਾਰੀ ਬਾਕੀ 4 ਜਿਹੜੇ ਨੇ ਸਾਰਾ ਟੂਰਨਾਮੈਂਟ ਖੇਡ ਨਹੀਂ ਸਕਦੇ, ਪਰ ਜੇ ਟੂਰਨਾਮੈਂਟ ਉਹ ਜਿੱਤ ਜਾਂਦੀ ਹੈ, ਚੈਂਪੀਅਨਸ਼ਿਪ ਜਿੱਤ ਜਾਂਦੇ ਆ, ਤਾਂ ਜਿਹੜੇ ਮੈਡਲ ਨੇ ਉਹ 15 ਦੇ 15 ਨੂੰ ਮਿਲਦੇ ਨੇ। ਸੋ ਸਾਡੇ बाकी भी ਜਿਹੜੇ प्लेयर एक्स्ट्रा प्लेयर ਜਿਹੜੇ ਸਾਡੇ ਰਹੇ ਉਹਨਾਂ ਦਾ भी मैं बहुत धन्यवाद करदा। देखिए, ये जीत चंडीगढ़ के लोगों की जीत है, ये लोग ईमानदारी की जीत है, ये जीत एक काम करने वाले चेहरे की जीत है। जो अरविंद केजरीवाल जो कह के गए थे कि हमें राजनीति नहीं आती, हम सिर्फ काम कर सकते हैं, तो ये काम लोगों को, उनकी बात उनको अच्छी लगी और एक मौका केजरीवाल ने जो हमारा नारा था वो कामयाब हुआ कि एक मौका हमें देना चाहिए। 25 साल तक आपने बीजेपी और कांग्रेस को दिए और 5 साल सिर्फ हमें दे दो, फिर आप देखिए बदलाव आएगा। तो अभी उम्मीद है पूरा बहुमत आएगा? उम्मीद पूरी है। अभी तक काउंटिंग चल रही है, अभी तक 10 सीटें हमारी आ चुकी हैं लगभग,
और काफ़ी अच्छे चांसेस हैं कि आगे हमें और भी बहुमत। ये चंडीगढ़ की जनता की जीत है, केजरीवाल की जीत है, हमारा इसमें कोई हाथ नहीं है। सारा हाथ ऊपर वाले का है, केजरीवाल का है, जनता का। आज आप उन पार्टियों को क्या कहेंगे जिन्होंने आपको अंडरएस्टिमेट करके चल रहे थे? नहीं, देखो उनका अपना सोच का तरीका था, हम अपने तरीके से प्रोफेशनल तरीके से चल रहे थे और हम इसमें कामयाब हुए। तो क्या बहुमत के करीब पहुंचेगी? बहुमत हर हालत में पहुंचेगी, बहुत आराम से। मेयर कौन हो सकता है? मेयर तो अब देखेंगे, जो भी पार्टी डिसाइड करेगी। अगर कोई सीटें कम रह जाती तो क्या? नहीं रहेंगी, बिल्कुल नहीं रहेंगी। आपके सामने अभी 11 तो आ गई, अभी घंटे में आपको पता लग जाएगा सर। ਉਧਰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ 12 ਸੀਟਾਂ ਜਿੱਤਣ ਤੋਂ ਬਾਅਦ ਬੀਜੇਪੀ ਦੇ ਸਮਰਥਕਾਂ ਤੇ ਆਗੂਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਬੀਜੇਪੀ ਦੇ ਸਮਰਥਕਾਂ ਵੱਲੋਂ ਵੀ ਖੁਸ਼ੀ ਦੇ ਵਿੱਚ ਨਾਅਰੇ ਲਗਾਏ ਗਏ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਬੀਜੇਪੀ ਜਿੱਤ ਦੁਹਰਾਏਗੀ ਅਤੇ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। बड़ा अच्छा लग रहा है जी, लोगों ने दोबारा अपना, लोगों के प्यार की वजह से अब दोबारा हम चुनाव जीते हैं। हमने विकास के नाम पर वोट मांगा था और लोगों ने विकास के नाम पर वोट भी दिया। जहाँ दूसरी तरफ लोग नोट के दम पर वोट लेना चाहते थे, लोगों ने नकारा और यहाँ से भारतीय जनता पार्टी का कमल खिलाने का काम किया। मैं पब्लिक को संदेश यही देना चाहूँगा कि लोगों को जब भी वोट दें वो विकास के नाम पर, जैसे उन्होंने यहाँ पर विकास के नाम पर वोट दिया, आने वाले समय में भी हम जो है 5 साल लोगों की सेवा करेंगे और जो गांव के इश्यूज हैं उनको ख़त्म करेंगे। और लोग अगली बार भी जो वोट है, भारतीय जनता पार्टी या कोई भी कैंडिडेट हो, सिर्फ विकास के नाम पर वोट। ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਗੱਠਜੋੜ ਤੇਜ਼ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਬੀਜੇਪੀ ਦਰਮਿਆਨ ਸਿਆਸੀ ਗੱਠਜੋੜ ਹੋ ਗਿਆ ਹੈ। ਇਸ ਮੀਟਿੰਗ ਦੇ ਵਿੱਚ ਬੀਜੇਪੀ ਦੇ ਆਗੂ ਗਜੇਂਦਰ ਸ਼ੇਖਾਵਤ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਆਗੂ ਗਜੇਂਦਰ ਸ਼ੇਖਾਵਤ ਨੇ ਕਿਹਾ ਹੈ ਕਿ ਤਿੰਨੋਂ ਪਾਰਟੀਆਂ ਆਪਸ ਦੇ ਵਿੱਚ ਗੱਠਜੋੜ ਕਰ ਰਹੀਆਂ ਨੇ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਜਲਦ ਹੀ ਫੈਸਲਾ ਕੀਤਾ ਜਾਵੇਗਾ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸੂਬੇ ਅਤੇ ਸਿੱਖ ਭਾਈਚਾਰੇ ਦੇ ਮਸਲਿਆਂ ਦੇ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪਾਰਟੀ ਦਾ ਮੈਨੀਫੈਸਟੋ ਵੀ ਬਣਾਇਆ ਜਾਵੇਗਾ। ਇਸ ਮੌਕੇ मीटिंग तो बाद सुखदेव सिंह ढींडसा ने भी मीडिया को संबोधन किया है। आज आधिकारिक रूप से तीनों दलों के प्रमुख भारतीय जनता पार्टी के माननीय राष्ट्रीय अध्यक्ष आदरणीय जगत प्रकाश जी नड्डा, आदरणीय गृह मंत्री माननीय अमित शाह जी, आदरणीय कैप्टन साहब अमरिंदर सिंह जी और आदरणीय ढींडसा साहब के बीच में एक लंबी वार्ता और बैठक संपन्न हुई है। और बैठक के बाद में आज इस बात की आधिकारिक घोषणा हम सब लोग मिलकर के कर रहे हैं कि तीनों पार्टियां साथ मिलकर के चुनाव लड़ेंगे। ये तय किया गया है कि सीटों के बंटवारे को लेकर के, संख्या को लेकर के और कौन सी पार्टी लड़ेगी इसको लेकर के तीनों ही दलों के 2-2 प्रतिनिधियों की एक कमेटी बनाई जाएगी। आज नाम तय किए जाएंगे और आने वाले 1-2 दिन के बाद में उसकी बैठक होगी और बैठक में इन सारे विषयों पर विचार करने के साथ साथ में पंजाब से जुड़े हुए विषय, सिखों से जुड़े हुए विषय, कृषि से जुड़े हुए विषय और पंजाब में जो बहुत बड़ा तबका है ओबीसी, उन सब से जुड़े हुए विषय, इन सब विषयों को के ऊपर व्यापक चर्चा करने के बाद में एक मैनिफेस्टो, जॉइंट मैनिफेस्टो इन तीनों दलों का, इस गठबंधन का बनेगा जो हमारे लिए आने वाले चुनाव में चुनाव का आधार होगा। ਅੱਜ बैठक साड़ी हुई सी जी अमित शाह जी ਦੇ ਘਰੇ ਔਰ ਉਹਨਾਂ ਦੇ ਨਾਲ ਨੱਡਾ ਸਾਹਿਬ ਵੀ ਸੀਗੇ ਤੇ ਜਿਹੜੇ ਪੰਜਾਬ ਪ੍ਰਵਾਰੀ ਨੇ ਆਪਣੇ ਕੀ ਨਾਂ ਹੈ ਸ਼ੇਖਾਵਤ ਜੀ ਉਹ ਵੀ थे, ਉਹ ਵੀ ਸੀਗੇ ਔਰ ਨਾਲ ਮੈਂ ਔਰ ਕੈਪਟਨ ਅਮਰਿੰਦਰ ਸਿੰਘ ਸੀ। ਸਾਡਾ ਫੈਸਲਾ ਹੋਇਆ ਕਿ ਇਕੱਠੇ ਇਲੈਕਸ਼ਨ ਲੜਾਂਗੇ। ਉਸ ਲਈ 2-2 ਮੈਂਬਰਾਂ ਦੀ ਕਮੇਟੀ, 6 ਮੈਂਬਰਾਂ ਦੀ ਕਮੇਟੀ ਬਣੂਗੀ, 2-2 ਮੈਂਬਰ ਅਸੀਂ ਦੇਵਾਂਗੇ। ਉਹ ਵਿਨੇਬਿਲਿਟੀ ਕ੍ਰਾਈਟੇਰੀਆ ਰੱਖਿਆ ਗਿਆ ਵੀ ਕਿਸੇ ਨੂੰ ਇਹ ਨਹੀਂ ਹੋਇਆ ਕਿ ਪੁਰਾਣੀ ਪਾਰਟੀ ਨੂੰ ਇੰਨੀਆਂ ਸੀਟਾਂ ਦਿੱਤੀਆਂ। ਉਹ ਕਮੇਟੀ ਬੈਠ ਕੇ ਫੈਸਲਾ ਕਰੇਗੀ ਕੌਣ ਕਿਹੜੀ ਸੀਟ ਜਿੱਤ ਸਕਦਾ ਹੈ, ਕਿਹੜਾ ਕੈਂਡੀਡੇਟ ਹੈ ਜਿਹੜਾ ਜਿੱਤ ਸਕਦਾ, ਉਹ ਕਿਸੇ ਵੀ ਪਾਰਟੀ ਦਾ ਹੋਵੇ।
ਉਸ ਤੋਂ ਬਾਅਦ ਅਗਰ ਕਿਤੇ ਨਹੀਂ ਪਹੁੰਚ ਸਕਦੇ ਹੋ ਫਿਰ ਅਸੀਂ ਤਿੰਨੋਂ ਬੈਠ ਸਕਦੇ ਹਾਂ, ਫਿਰ ਅਸੀਂ ਫੈਸਲਾ ਕਰ ਲਾਂਗੇ ਕਿ ਅਗਰ ਕੋਈ ਸੀਟਾਂ ਰਹਿ ਗਈਆਂ ਤਾਂ। ਇਸ ਕਰਕੇ ਸਾਡਾ ਵੀ ਫੈਸਲਾ ਹੋਇਆ। ਬਾਕੀ ਹੋਰ ਅਜੇ ਕੋਈ ਨਵੇਂ ਫੈਸਲੇ ਨਹੀਂ ਹੋਏ ਕਮੇਟੀ ਦੇ। ਕੱਲ੍ਹ ਤੱਕ ਸਾਨੂੰ ਉਮੀਦ ਹੈ ਕੱਲ੍ਹ ਜਾਂ ਪਰਸੋਂ ਤੱਕ ਕਮੇਟੀ ਉਹ ਬਣ ਜਾਏਗੀ। ਮਾਨਸਾ ਵਿਖੇ ਇੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਮੀਡੀਆ ਦੇ ਮੁਖਾਤਬ ਹੋਏ। ਇਸ ਮੌਕੇ ਸਿੱਧੂ ਮੂਸੇਵਾਲਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮਾਨਸਾ ਹਲਕੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਉਹ ਸਿਆਸਤ ਦੇ ਵਿੱਚ ਆਏ ਨੇ। ਉਹਨਾਂ ਨੇ ਇਸ ਮੌਕੇ ਕਿਹਾ ਹੈ ਕਿ ਉਹ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕਰਦੇ ਨੇ ਤੇ ਮੁਸ਼ਕਿਲਾਂ ਦਾ ਮਿਲ ਕੇ ਹੱਲ ਕਰਨ ਦੀ ਅਪੀਲ ਉਹਨਾਂ ਨੇ ਕੀਤੀ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਉਹ ਪਹਿਲ ਦੇ ਆਧਾਰ ਤੇ ਮਾਨਸਾ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣਗੇ। ਸੋ ਮੈਂ ਤਾਂ ਯਾਨੀ ਕਿ ਉੱਥੇ ਇਹੀ ਸਾਰਿਆਂ ਨੂੰ ਮੇਰਾ ਮਕਸਦ ਆਉਣ ਦਾ ਇਹੀ ਹੈ ਵੀ ਯਾਰ ਇੱਕ ਜਥੇਬੰਦ ਹੋਵੋ, ਆਪਦੇ ਇਲਾਕੇ ਵਾਸਤੇ ਕੁਝ ਨਾ ਕੁਝ ਸੋਚ ਲਈ। ਅਸੀਂ ਸਾਰੀ ਜ਼ਿੰਦਗੀ ਲੰਘੀ ਸਾਡੀ ਆਪਸੀਆਂ ਮੁੱਠਭੇੜਾਂ ਕਰਦੇ ਨੇ, ਸ਼ਰੀਕੇਬਾਜ਼ੀ ਦੇ ਵਿੱਚ ਅਸੀਂ ਆਪਣੇ ਹਲਕੇ ਦਾ ਬਹੁਤ ਨੁਕਸਾਨ ਕਰ ਲਿਆ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਸਾਰੇ ਰਲ ਮਿਲ ਕੇ ਇਕੱਠੇ ਹੋ। ਕਾਂਗਰਸੀ ਵਰਕਰ ਤੇ ਕਾਂਗਰਸੀ ਜਿਹੜੇ ਅੱਗੇ ਹੁਣ ਇੱਥੇ ਹੁਣ ਤੱਕ ਦੇ ਲੀਡਰ ਆ ਉਹ ਸਾਰੇ ਸਹਿਯੋਗ ਦੇਣ ਨੂੰ ਤਿਆਰ ਹੋ ਰਹੇ ਆ ਜਾਂ ਹਲੇ ਕੁਝ ਰਹਿੰਦੇ ਆ ਵੀ ਕਰਨੇ ਆ? ਦੇਖੋ ਆਲਮੋਸਟ ਮੇਰੀ ਗੱਲ ਸੁਣੋ ਜੀ, ਕੋਈ ਵੀ ਪਹਿਲੀ ਗੱਲ ਤਾਂ ਮੈਂ ਨਵਾਂ ਇਸ ਪਿੰਡ ਦੇ ਵਿੱਚ ਨਾ, ਬਾਕੀ ਸਾਰੇ ਬੰਦੇ ਹੀ ਸਹਿਯੋਗ ਦੇ ਰਹੇ ਨੇ। ਅੱਜ ਤੁਸੀਂ ਵੀ ਮਿਲੇ ਹੋ, ਤੁਸੀਂ ਵੀ ਸਹਿਯੋਗ। ਤੁਸੀਂ ਧੜਿਆਂ ਦੀ ਗੱਲ ਕੀਤੀ ਹੈ ਕਿ ਜਿੰਨੇ ਧੜੇ ਹੈਗੇ ਨੇ ਨਾਲ ਲੈ ਕੇ ਚੱਲੋਗੇ ਜੀ? ਮੇਰੀ ਤਾਂ 100% ਕੋਸ਼ਿਸ਼ ਹੈ। ਮੈਂ ਇਕੱਲੇ ਧੜਿਆਂ ਨੂੰ ਨਹੀਂ, ਮੈਂ ਹਰੇਕ ਆਪਣੇ ਹਲਕੇ ਦੇ ਤੇ ਪਰਿਵਾਰ ਨੂੰ ਤੇ ਹਰੇਕ ਜੀ ਨੂੰ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗਾ। ਤੇ ਮੈਂ ਚਾਹੁੰਦਾ ਕਿ ਸਾਰੇ ਜਥੇਬੰਦ ਹੋਣ, ਇੱਕਜੁੱਟ ਹੋ ਕੇ ਆਪਾਂ ਜਿਹੜੇ ਜਿੰਨੀਆਂ ਵੀ ਪ੍ਰੋਬਲਮਸ ਨੇ ਸਾਡੇ ਇਲਾਕੇ ਦੀਆਂ ਉਹਨਾਂ ਨੂੰ ਅਸੀਂ ਸੋਲਵ ਕਰ ਸਕੀਏ। ਉਦੋਂ ਮਾਨਸਾ ਨੇ ਕਿਹਾ ਗਾ ਵੀ ਮੈਂ ਵੀ ਹੁਣ ਇਸੇ ਫੀਲਡ ਜਾ ਕੇ 2 ਹੱਥ ਦੇਖਣ ਸਿੱਧੂ ਮੂਸੇਵਾਲੇ ਨਾਲ। ਨਹੀਂ, ਵਧੀਆ ਗੱਲ ਹੈ। ਮੈਂ ਕਹਿੰਦਾ 2 ਹੱਥ ਦੇਖਣੇ ਚਾਹੀਦੇ ਆ। ਹਰੇਕ ਦਾ ਹੱਕ ਹੈ, ਇਸ ਡੈਮੋਕ੍ਰੈਟਿਕ ਸਿਸਟਮ ਹੈ। ਕਿਸੇ ਨੇ ਕੋਈ ਵੀ ਬੰਦਾ ਚਾਹੁੰਦਾ ਵੀ ਹਾਂ ਕਾਗਜ਼ ਭਰਨੇ ਭਰ ਸਕਦੇ ਆ, ਵੀ ਕੋਈ ਕਿਸੇ ਦਾ ਗਦੌੜਾ ਨਹੀਂ ਫਿਰਿਆ ਵੀ ਇਕੱਲਾ ਸਿੱਧੂ ਕਾਗਜ਼ ਭਰ ਸਕਦਾ ਜਾਂ ਕੋਈ ਹੋਰ ਭਰ ਸਕਦਾ। ਜਿਹਨੇ ਆਉਣਾ ਉਹਦਾ ਹੱਕ ਹੈ ਯਾਰ, ਡੈਮੋਕ੍ਰੈਟਿਕਲੀ ਹੱਕ ਹੈ, ਉਹ ਚੋਣ ਲੜ ਸਕਦਾ ਹੈ। ਬਾਕੀ 2 ਹੱਥ ਕਰਨੇ ਤਾਂ ਮੈਂ ਇਸ ਚੀਜ਼ ਦਾ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ, ਪਰ ਇਹ ਜਿਹੜੀ ਹੈਗੀ ਹੈ ਵੀ ਸਾਡਾ ਸਾਰਿਆਂ ਦਾ ਹੱਕ ਬਣਦਾ। ਅਸੀਂ ਚੋਣਾਂ ਲੜ ਸਕਦੇ ਹਾਂ, ਅਸੀਂ ਵੋਟ ਪਾ ਸਕਦੇ ਹਾਂ। ਕੋਈ ਬੰਦਾ ਇਕੱਲੇ ਉਹ ਨਹੀਂ, ਮੈਂ ਕਹਿੰਦਾ ਸਾਰੇ ਬੰਦੇ ਉਹ ਜਿਨ੍ਹਾਂ ਦਾ ਮਨ ਕਰਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਕ੍ਰਿਸਚਨ ਭਾਈਚਾਰੇ ਦੇ ਇੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕ੍ਰਿਸਚਨ ਭਾਈਚਾਰੇ ਨੂੰ ਕ੍ਰਿਸਮਸ ਦੇ ਪਵਿੱਤਰ ਦਿਨ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ। 13 ਨਾਲ ਕੋਈ ਜਿੱਤ ਤਾਂ ਹੈ ਨਹੀਂ, ਹਲੇ ਤਾਂ 37 ਸੀਟਾਂ ਹੈ। 37 ਸੀਟਾਂ ਚੋਂ 13 ਆਈਆਂ ਤੇ ਜਿੱਤ ਕੇ ਸ਼ਹੀਦੀ ਹੈ। ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੁਮਾਣਾ ਨੇ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬੇ ਦੀ ਸਰਕਾਰ ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਤੇ ਝੂਠ ਦੇ ਆਧਾਰ ਤੇ ਪਰਚੇ ਦਰਜ ਕਰ ਰਹੀ ਹੈ ਤੇ ਝੂਠ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਕੁਝ ਦਿਨ ਪਹਿਲਾਂ ਤੁਹਾਡੇ ਰਾਹੀਂ ਇਹ ਗੱਲ ਪੰਜਾਬ ਦੇ ਲੋਕਾਂ ਤੱਕ ਰੱਖੀ ਸੀ ਕਿ ਕਿਵੇਂ ਇੱਕ ਬਿਲਕੁਲ ਝੂਠੀ ਬੇਬੁਨਿਆਦ ਮਨ ਘੜਤ FIR ਬਣਾ ਕੇ, ਜਿਸ FIR ਦੇ ਕੋਈ ਪੈਰ ਨਹੀਂ ਸੀ, ਇੱਕ ਇਹੋ ਜਿਹੇ ਅਫਸਰ ਤੋਂ ਤਿਆਰ ਕਰਾ ਕੇ ਜਿਹਦੀ ਪਰਸਨਲ ਰੰਜਿਸ਼ ਸਟ੍ਰੇਨਡ ਰਿਲੇਸ਼ਨਸ ਇਸ ਪਰਿਵਾਰ ਨਾਲ ਸੀ, ਜਿਹੜਾ ਕੇਸ ਪਿਛਲੇ 3 ਸਾਲ ਤੋਂ ਬੰਦ ਹੋ ਚੁੱਕਿਆ ਸੀ, ਕਿਵੇਂ ਉਹ ਕੇਸ ਨੂੰ ਬਿਨਾਂ ਹਾਇਰ ਕੋਰਟ ਦੀ ਪਰਮਿਸ਼ਨ ਤੋਂ ਖੋਲ ਕੇ ਇੱਕ FIR ਕੀਤੀ ਜਾਂਦੀ ਹੈ। ਤੁਹਾਡੇ ਰਾਹੀਂ ਲੋਕਾਂ ਤੱਕ ਇਹ ਗੱਲ ਗਈ। ਉਸ ਤੋਂ ਬਾਅਦ ਇਸ ਸਰਕਾਰ ਨੇ ਇੱਕ ਜਿਹਨੂੰ ਆਪਾਂ ਕਹੀਏ ਸਲੈਂਡਰ ਕੈਂਪੇਨ ਸ਼ੁਰੂ ਕੀਤਾ, ਸਿਲੈਕਟਿਵ ਲੀਕਸ ਮੀਡੀਆ ਤਾਈਂ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰੈਪੂਟੇਸ਼ਨ ਨੂੰ ਟਾਰਨਿਸ਼ ਕਰਨ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਰਮ ਫੈਲਾਉਣ ਵਾਸਤੇ ਕਈ ਸਿਲੈਕਟਿਵ ਰਿਪੋਰਟਾਂ ਲੀਕ ਕੀਤੀਆਂ ਗਈਆਂ। ਉਹਦੇ 'ਚ ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਾਈ ਕੋਰਟ 'ਚ ਪਿਛਲੇ FIR ਦਰਜ ਕਰਨ ਵੇਲੇ ਜਿਵੇਂ ਸਿਲੈਕਟਿਵ ਰਿਪੋਰਟਾਂ ਵਿੱਚ FIR 'ਚ ਪਾਈਆਂ ਗਈਆਂ ਸਾਰੇ ਤੱਥ ਨਹੀਂ ਰੱਖੇ ਗਏ, ਉਸੇ ਤਰ੍ਹਾਂ ਇਹਦੇ 'ਚ ਵੀ ਸਾਰੇ ਤੱਥ ਨਹੀਂ ਰੱਖੇ ਜਾਂਦੇ। ਸਿਆਸੀ ਬਦਲਾਖੋਰੀ, ਇਹ ਪੋਲੀਟੀਕਲ ਵਿੰਡਿਕਟਿਵਨੈਸ, ਇਹ ਲੈਣੇ ਦੇ ਦੇਣੇ ਪੈਣਗੇ ਇਹਨਾਂ ਨੂੰ। ਪੰਜਾਬ ਦਾ ਮਾਹੌਲ ਪਹਿਲਾਂ ਬਹੁਤ ਖਰਾਬ ਹੋਇਆ ਪਿਆ। ਐਂਟੀ ਨੈਸ਼ਨਲ, ਐਂਟੀ ਸੋਸ਼ਲ ਐਲੀਮੈਂਟਸ ਅੰਡਰ ਦ ਪੈਟਰਨੇਜ ਆਫ ਦ ਕਾਂਗਰਸ ਪਾਰਟੀ ਐਂਡ ਇਟਸ ਲੀਡਰਸ਼ਿਪ। ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਕਿਰਪਾ ਕਰਕੇ ਫੋਕਸ ਆਪਦਾ ਉੱਧਰ ਰੱਖੋ ਤੇ ਸਰਕਾਰਾਂ ਬਦਲਣੀਆਂ, ਸਰਕਾਰ ਬਦਲਣੀ ਹੈ, ਦਿਨ ਥੋੜੇ ਰਹਿ ਗਏ।
ਇਹ ਸਾਰੀਆਂ ਚੀਜ਼ਾਂ ਦੀ ਨਿਰਪੱਖ ਇਨਕੁਆਇਰੀ ਕਰਾਈ ਜਾਊਗੀ। ਥੈਂਕ ਯੂ ਜੀ। ਉਧਰ ਲੁਧਿਆਣਾ ਵਿਖੇ 15 ਤੋਂ 18 ਸਾਲ ਤੱਕ ਦੇ ਨਵ ਯੁਵਕਾਂ ਦੇ ਵਿੱਚ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਟੀਕਾਕਰਨ ਮੁਹਿੰਮ ਲੁਧਿਆਣਾ ਦੇ ਇੰਚਾਰਜ ਡਾਕਟਰ ਮਨੀਸ਼ਾ ਨੇ ਜਾਣਕਾਰੀ ਦਿੱਤੀ ਹੈ ਕਿ 1 ਜਨਵਰੀ ਤੋਂ ਇਸ ਟੀਕਾਕਰਨ ਦੇ ਲਈ ਪੰਜੀਕਰਨ ਸ਼ੁਰੂ ਹੋ ਜਾਵੇਗਾ। देखो वैक्सीन का साडे कोल है ਜਿਹੜੀ ਸਟੇਟ ਗਵਰਨਮੈਂਟ ਹੈ ਉਹਦੀ ਡੀਸੀ ਹੋਏਗੀ ਵਿਦਿਨ ਆਈ ਥਿੰਕ ਬਾਈ ਟੁਮਾਰੋ, ਕੱਲ ਤੱਕ ਹੋਏਗੀ ਉਹਨਾਂ ਦੀ ਸੈਂਟਰ ਦੇ ਨਾਲ। ਤੇ ਸਾਡੇ ਨਾਲ ਹੋ ਸਕਦਾ ਕੱਲ ਸ਼ਾਮ ਨੂੰ ਹੋਏ ਜਾਂ ਮੇਬੀ ਵੈਡਨਸਡੇ ਨੂੰ ਹੋ ਜਾਏ। ਤਾਂ ਸਾਨੂੰ ਨਵੀਆਂ ਗਾਈਡਲਾਈਨਸ ਆ ਜਾਣਗੀਆਂ, ਸਪੈਸੀਫਿਕਲੀ ਨਵੇਂ ਪ੍ਰੋਟੋਕੋਲਸ ਜਾਂ SOPs ਸੈਟਲ ਹੋ ਜਾਣਗੇ ਕਿ ਅਸੀਂ ਅੱਗੇ ਕਿਵੇਂ ਇਸ ਗੱਲ ਨੂੰ ਵਧਾਉਣਾ। ਬਟ ਸਾਡੇ ਵਾਸਤੇ ਸਾਡਾ ਜਿਹੜਾ ਪ੍ਰੋਗਰਾਮ ਹੈ, ਐਗਜ਼ੀਕਿਊਸ਼ਨ ਹੈ, ਉਹ ਪਹਿਲਾਂ ਤੋਂ ਹੀ ਵੀ ਹੈਵ ਦੈਟ ਇਨ ਪਲੇਸ। ਜਿਵੇਂ ਅਸੀਂ 18 ਸਾਲ ਤੋਂ ਉੱਪਰ ਦੀ ਕਵਰੇਜ ਕੀਤੀ ਸੀਗੀ, ਉਸ ਤਰ੍ਹਾਂ ਅਸੀਂ ਹੁਣ 15 ਸਾਲ ਤੋਂ ਉੱਪਰ ਦੇ ਬੱਚਿਆਂ ਦੀ ਕਵਰੇਜ ਜਿਹੜੀ ਹੈਗੀ ਹੈ ਉਹ ਸਪੈਸੀਫਿਕਲੀ ਹੁਣ ਉਹਦੇ ਤੇ ਵੀ ਅਸੀਂ ਨਾਲ ਫੋਕਸ ਕਰਾਂਗੇ। ਸੋ ਸਾਡਾ ਟਾਰਗੇਟ ਗਰੁੱਪ ਜਿਹੜਾ ਪਹਿਲਾਂ ਸੀ ਉਹ ਉਸ ਤੋਂ ਥੋੜਾ ਜਿੰਨਾ ਵੱਧ ਜਾਏਗਾ। ਨਹੀਂ, ਹਲੇ ਤੱਕ ਤਾਂ ਇਹੀ ਇਨਫੋਰਮੇਸ਼ਨ ਹੈ ਕਿ ਇਹੀ ਵੈਕਸੀਨ ਲੱਗੇਗੀ ਤੇ ਬੱਚਿਆਂ ਨੂੰ ਕੋਵਿਸ਼ੀਲਡ ਲੱਗਦੀ ਹੈ ਕਿ ਕੋਵੈਕਸਿਨ ਲੱਗਦੀ ਹੈ, ਉਹਦੇ ਵਾਸਤੇ ਸਪੈਸੀਫਿਕਲੀ ਗਾਈਡਲਾਈਨਸ ਹਲੇ ਸਾਨੂੰ ਆਉਣਗੀਆਂ। ਮੈਮ ਜਿਵੇਂ 15 ਤੋਂ 18 ਸਾਲ ਦੀ ਉਮਰ ਦੀ ਏਜ ਕੈਟਾਗਰੀ ਦੱਸੀ ਗਈ ਹੈ, ਤਾਂ ਉਸ ਦੌਰਾਨ ਜਿਹੜੇ ਬੱਚੇ ਹੈਗੇ ਆ ਸਕੂਲ ਵੀ ਜਾਂਦੇ ਆ, ਸਕੂਲ ਵੀ ਲੱਗ ਰਹੇ ਨੇ, ਤਾਂ ਸਕੂਲਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਜਿੱਦਾਂ ਦੇ ਸਕੂਲ ਦੇ ਵਿੱਚ ਕਰਵਾਈ ਜਾਏ ਵੈਕਸੀਨ ਸਕੂਲਾਂ 'ਚ ਹੀ ਲੱਗਦੀ ਬੱਚਿਆਂ ਨੂੰ। ਦੇਖੋ ਇਹਦੇ ਬਾਰੇ 'ਚ ਹਲੇ ਕੁਝ ਵੀ ਸਪੈਸੀਫਿਕਲੀ ਕਹਿਣਾ ਪੋਸੀਬਲ ਨਹੀਂ ਹੈ। ਜਿਸ ਤਰ੍ਹਾਂ ਦੀਆਂ ਸਾਨੂੰ ਗਾਈਡਲਾਈਨਸ ਆਉਣਗੀਆਂ ਅਸੀਂ ਉਸ ਤਰ੍ਹਾਂ ਕਵਰ ਕਰਾਂਗੇ। ਅਦਰਵਾਈਜ਼ ਸਾਡੀਆਂ ਸੈਸ਼ਨ ਸਾਈਟਸ ਜਿਹੜੀਆਂ ਆਲਰੇਡੀ ਇਨ ਪਲੇਸ ਹੈ, ਅਸੀਂ ਉੱਥੇ ਇੰਸਟਰਕਸ਼ਨਸ ਦੇਵਾਂਗੇ ਕਿ ਜਿਹੜੇ ਪਹਿਲਾਂ 18+ ਤੋਂ ਲਗਾਉਣੀ ਸੀਗੀ ਹੁਣ ਉਹ 15+ ਤੋਂ ਲਗਾਉਣਾ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਜਲਾਲਾਬਾਦ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਤਿੰਦਰ ਜੈਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸੂਬੇ ਦੇ ਵਿੱਚ ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਨੇ ਰਵਾਇਤੀ ਸਿਆਸੀ ਪਾਰਟੀਆਂ ਦੇ ਉੱਪਰ ਤਿੱਖੇ ਸਿਆਸੀ ਹਮਲੇ ਵੀ ਕੀਤੇ। दिल्ली के अंदर सारे अस्पतालों में ठीक कर चल रहा है। फायर के लिए एडिशनल कुछ नॉर्म बनाए गए थे, उनको पूरा किया जा रहा है। आपके 18 हॉस्पिटल जो है उसमें NOC बिल्कुल नहीं है फायर के मामले में। नहीं, NOC है, परंतु क्या हमने एडिशनल रिक्वायरमेंट करी थी, उसके लिए थोड़ा टाइम दिया गया, कर लेंगे। सर थोड़ा लाउड बोलिए। आज तक की प्रॉब्लम थी सर, आज की प्रॉब्लम थी। आज का प्रोग्राम ये था कि जलालाबाद में हम व्यापारियों के साथ मीटिंग करने के लिए आए थे। व्यापारियों के साथ मीटिंग हुई है। यहाँ पर जो सबसे बड़ी बात निकल के आई कि लोग अपने आप को ठगा हुआ सा महसूस कर रहे हैं। वो ये मान के चल रहे हैं कि देखो जिसको हमने MLA बनाया वो तो रिजाइन करके भाग गया और फिर से दोबारा इलेक्शन लड़ने आ गया। तो अब लोगों ने मन बना लिया है कि भाई ऐसे बेवकूफ़ नहीं बनेंगे। और पिछली बारी तो इसलिए भी जिता दिया था कि उनको लगता था, कन्फ्यूजन था कि शायद अकालियों की सरकार भी बन सकती है, तो कुछ डर की वजह से भी लोगों ने जिता दिया था। इस बारी तो डर भी नहीं है, अकाली तो कोई रेस में है ही नहीं, अकालियों का तो कोई मतलब ही नहीं है। सरकार सबको पता है कि आम आदमी पार्टी की सरकार बननी है। तो इस बारी वो इलेक्शन के अंदर गोल्डी जी को जिताएंगे पहली बारी में ही, क्योंकि जनता से मेरी बात हुई तो वो कह रहे हैं कि भाई पहली बार नहीं दूसरी में जीतेगा। मैंने ये क्या हुआ, दूसरी में कैसे जीतेगा? कहते अगर अकालियों को जिता भी दिया, सुखबीर बादल को जिता भी दिया, उसने रिजाइन कर देना है, फिर गोल्डी ने बनना है तो पहले ही बना दो। 2 बारी इलेक्शन क्यों कराएं, एक ही बारी में बना देंगे। इस बारी पक्का मन है, जलालाबाद का जलवा इस बारी सबको दिखेगा। ਕਮੀ ਹੈ ਜੀ, ਡਾਕਟਰਾਂ ਦੀ ਬਹੁਤ ਵੱਡੀ ਘਾਟ ਹੈ, ਤੁਸੀਂ ਉਹ ਕਿਵੇਂ ਪੂਰੀ ਕਰੋਗੇ? ਉਹਦੇ ਰਿਗਾਰਡਿੰਗ ਪਾਲਿਸੀ ਕੀ ਹੈ ਤੁਹਾਡੀ ਜੀ? पंजाब के अंदर हमने 2 चीज़ें बताई हैं। एक तो सारे पिंड में एक मोहल्ला क्लिनिक खोलेंगे, पिंड क्लिनिक खोलेंगे। और पिंड क्लिनिक के अंदर 3 चीज़ें होंगी, क्वालिफाइड डॉक्टर, MBBS डॉक्टर, सारी दवाइयाँ मुफ्त मिलेंगी, सारे टेस्ट 200 से ज़्यादा टेस्ट फ्री में होंगे सारे पिंड में। डॉक्टर के मैं पूरे करोगी, डॉक्टरों की कमी है, उसको अपॉइंट करना है। डॉक्टर देश के अंदर आने को तैयार नहीं होते सरकारी हॉस्पिटल्स में। नहीं, वो ऐसा है इसलिए नहीं आते कि यहाँ पर अभी तक उनकी टर्म कंडीशन सही नहीं है, अच्छी नहीं है। हम अच्छी टर्म कंडीशन वही आपको पूछ रहे हैं कि आपके क्या आप कैसे उनको लेके आओगे? अच्छा माहौल देंगे। पॉलिसी क्या होगी आपकी? बता रहा हूँ ना मैं आपको, अच्छा माहौल होगा। अस्पतालों में जाके क्या करेंगे, कोई इक्विपमेंट ही नहीं होता, वहाँ पे दवाइयाँ ही नहीं होती, डॉक्टर्स नहीं है। डॉक्टर इसलिए नहीं आते हैं, उनको ऑपरेशन करने के लिए जाइए, ऑपरेशन थिएटर के अंदर इक्विपमेंट ही नहीं है, वो कहते हैं मैं जाके करूँगा क्या। हम नए लोगों को मौका देंगे, अच्छी तरह से आइएगा, उनको रखेंगे और वो इलाज करेंगे। सूबे ਦੀਆਂ ਸਿਆਸੀ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।